ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਦੇ ਹਾਂ। ਕੈਨੇਡਾ ਸਰਕਾਰ ਨੇ ਟੀਕਿਆਂ ਦੇ ਸਰਟੀਫਿਕੇਟ ਸੰਬੰਧੀ ਪਲਾਨ ਦਾ ਐਲਾਨ ਕੀਤਾ। ਜਸਟਿਨ ਟਰੂਡੋ ਨੇ ਇਸ ਮੌਕੇ ਕੀ ਕੁਝ ਕਿਹਾ, ਖਬਰਾਂ ਵਿੱਚ ਦੱਸਾਂਗੀ। ਸ਼ਨੀਵਾਰ ਤੋਂ ਕੈਨੇਡਾ ਵਾਸੀਆਂ ਨੂੰ ਮਿਲ ਰਹੀ ਵਿੱਤੀ ਮਦਦ ਦੇ ਪ੍ਰੋਗਰਾਮ ਬੰਦ ਹੋਣੇ ਸਨ ਤਾਂ ਕੁਝ ਪ੍ਰੋਗਰਾਮ ਅੱਗੇ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਦੱਸਾਂਗੇ ਕਿਹੜੀ ਵਿੱਤੀ ਮਦਦ ਬੰਦ ਹੋਵੇਗੀ ਤੇ ਕਿਹੜੀ ਜਾਰੀ ਰਹੇਗੀ। ਬਰੈਂਪਟਨ ਤੋਂ 29 ਸਾਲਾ ਗੁਰਪ੍ਰੀਤ ਸਿੰਘ ਸਮੇਤ ਇੱਕ ਹੋਰ ਵਿਅਕਤੀ ਦੇ ਉੱਤੇ ਕਤਲ ਸੰਬੰਧੀ ਮਾਮਲੇ ਦਰਜ, ਪੁਲਿਸ ਨੇ ਦੱਸੀ ਜਾਣਕਾਰੀ। ਟੋਰਾਂਟੋ ਖੇਤਰ ਵਿੱਚੋਂ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 90 ਵਾਹਨ ਪੁਲਿਸ ਨੇ ਜ਼ਬਤ ਕੀਤੇ। ਟੋਰਾਂਟੋ ਵਿੱਚ ਇੱਕ ਸੜਕ ਹਾਦਸਾ, 5 ਸਾਲਾ ਬੱਚੇ ਨਾਲ ਗੱਡੀ ਦੀ ਟੱਕਰ। ਖਬਰਾਂ ਵਿੱਚ ਸੁਣੋ ਕਿਹੜੀ ਕੰਪਨੀ ਦੇ ਕੈਨੇਡਾ ਭਰ ਤੋਂ ਪਿਆਜ਼ ਵਾਪਸ ਮੰਗਵਾਏ ਗਏ ਨੇ, ਸੈਲਮੋਨੇਲਾ ਵਾਇਰਸ ਦੀ ਚੇਤਾਵਨੀ। ਇਸ ਤਰ੍ਹਾਂ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਵੇਰੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੇ ਵਿੱਚ ਜਿਨ੍ਹਾਂ ਨੇ ਵੀ ਇੰਟਰਨੈਸ਼ਨਲ ਟਰੈਵਲ ਕਰਨਾ ਹੈ ਜਾਂ ਫਿਰ ਕੈਨੇਡਾ ਦੇ ਵਿੱਚ ਹੀ ਟਰੈਵਲ ਕਰਨਾ ਹੈ, ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਦਿਖਾਉਣਾ ਹੋਵੇ ਤਾਂ ਉਸ ਦੇ ਵਾਸਤੇ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਕਿ ਜੋ ਸੂਬਾ ਸਰਕਾਰਾਂ ਦੇ ਵੱਲੋਂ ਹੀ ਵੈਕਸੀਨ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਉਸੇ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਵੀ ਅਪਰੂਵਲ ਦਿੱਤਾ ਜਾਵੇਗਾ। ਦੋਵਾਂ ਦੇ ਵੱਲੋਂ ਉਹ ਹੋਣਗੇ ਕੁਝ ਇਸ ਤਰ੍ਹਾਂ ਜਿਵੇਂ ਕਿ ਓਨਟਾਰੀਓ ਤੋਂ ਇੱਕ ਉਦਾਹਰਣ ਸਾਹਮਣੇ ਆਈ ਕਿ ਸਰਟੀਫਿਕੇਟ ਦੇ ਇੱਕ ਪਾਸੇ ਓਨਟਾਰੀਓ ਜਿੱਥੇ ਤੇ ਇਹ ਟੀਕਾ ਲੱਗਿਆ ਹੋਇਆ ਉਸ ਦਾ ਨਾਮ ਹੈ ਸੂਬੇ ਦਾ, ਤਾਂ ਦੂਜੇ ਪਾਸੇ ਕੈਨੇਡਾ ਸਰਕਾਰ ਦੀ ਜਾਣਕਾਰੀ ਹੈ। ਜਿਸ ਤੋਂ ਬਾਅਦ ਇਹ ਸਰਟੀਫਿਕੇਟ ਜਦੋਂ ਬਾਹਰ ਇੰਟਰਨੈਸ਼ਨਲ ਪੱਧਰ ਦੇ ਉੱਤੇ ਕਿਸੇ ਵੀ ਦੇਸ਼ ਵਿੱਚ ਟਰੈਵਲ ਕਰਨ ਦੇ ਵਾਸਤੇ ਕੈਨੇਡਾ ਵਾਸੀ ਜਾਂਦੇ ਨੇ ਉੱਥੇ ਦਿਖਾਏ ਜਾਣਗੇ ਤਾਂ ਉਹਨਾਂ ਨੂੰ ਮਾਨਤਾ ਦਿੱਤੀ ਜਾਵੇਗੀ। ਪਰ ਜੇਕਰ ਕਿਸੇ ਦੇਸ਼ ਦੇ ਵੱਲੋਂ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਤਾਂ ਉਸ ਦੇ ਵਾਸਤੇ ਕੈਨੇਡਾ ਸਰਕਾਰ ਜ਼ਿੰਮੇਵਾਰ ਨਹੀਂ ਹੋਵੇਗੀ, ਇਹ ਵੀ ਕਿਹਾ ਗਿਆ। ਇਸ ਦੇ ਨਾਲ ਹੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਕੈਨੇਡਾ ਵਾਸੀ ਇਹਨਾਂ ਵੈਕਸੀਨ ਸਰਟੀਫਿਕੇਟਸ ਦੇ ਨਾਲ ਬਿਨਾਂ ਕਿਸੇ ਦਿੱਕਤ ਤੋਂ ਟਰੈਵਲ ਕਰ ਸਕਣ, ਇਸ ਦੇ ਉੱਤੇ ਕੰਮ ਵੀ ਜਾਰੀ ਹੈ ਲਗਾਤਾਰ। ਇੰਟਰਨੈਸ਼ਨਲ ਪੱਧਰ ਦੇ ਉੱਤੇ ਪ੍ਰਧਾਨ ਮੰਤਰੀ ਨੇ ਜਿਹੜੀਆਂ ਇਹ ਗੱਲਾਂ ਅੱਜ ਕਹੀਆਂ ਉਹ ਤੁਹਾਨੂੰ ਅਸੀਂ ਖਬਰਾਂ ਦੇ ਅੰਤ ਵਿੱਚ ਸੁਣਾਵਾਂਗੇ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਦੇ ਹਾਂ। ਜਿਵੇਂ ਕਿ ਵਿੱਤੀ ਮਦਦ ਕੈਨੇਡਾ ਸਰਕਾਰ ਦੇ ਵੱਲੋਂ ਕੋਵਿਡ-19 ਦੇ ਦੌਰਾਨ ਵੱਡੇ ਪੱਧਰ ਦੇ ਉੱਤੇ ਦਿੱਤੀ ਗਈ, ਜਿਨ੍ਹਾਂ ਪ੍ਰੋਗਰਾਮਾਂ ਨੂੰ ਜਾਰੀ ਰੱਖਿਆ ਗਿਆ ਸੀ ਤੇ ਇਸ ਸ਼ਨੀਵਾਰ ਨੂੰ ਕੁਝ ਪ੍ਰੋਗਰਾਮ ਨੇ ਜਿਹੜੇ ਕਿ ਕੈਨੇਡਾ ਸਰਕਾਰ ਨੇ ਵਿੱਤੀ ਮਦਦ ਦੇ ਲਈ ਸ਼ੁਰੂ ਕੀਤੇ ਸਨ, ਉਹਨਾਂ ਦੀ ਜਿਹੜੀ ਉਹ ਤਰੀਕ ਹੈ ਖਤਮ ਹੋ ਰਹੀ ਹੈ। ਜਿਹੜੀ ਤਰੀਕ ਤੱਕ ਉਹ ਐਲਾਨੇ ਗਏ ਸਨ ਉਹ ਇਸ ਸ਼ਨੀਵਾਰ ਨੂੰ ਖਤਮ ਹੋ ਰਹੇ ਨੇ, ਜਿਸ ਦੇ ਵਿੱਚ ਕੈਨੇਡਾ ਰਿਕਵਰੀ ਬੈਨੀਫਿਟ ਹੈ ਜੋ ਖਤਮ ਹੋ ਜਾਵੇਗਾ। ਪਰ ਤਾਂ ਵੀ ਕੋਵਿਡ-19 ਦੇ ਦੌਰਾਨ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਾਸਤੇ ਕੁਝ ਪ੍ਰੋਗਰਾਮ ਜਾਰੀ ਰੱਖੇ ਜਾਣਗੇ, ਜਿਸ ਵਾਸਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਜਦੋਂ ਜਾਣਕਾਰੀ ਦਿੱਤੀ ਤਾਂ ਐਲਾਨ ਵੀ ਕੀਤਾ ਗਿਆ ਕਿ ਲੋੜ ਪੈਣ ਦੇ ਉੱਤੇ ਜਿਵੇਂ ਕੁਝ ਥਾਵਾਂ ਦੇ ਉੱਤੇ ਜੇਕਰ ਕੋਵਿਡ-19 ਦੇ ਕਰਕੇ ਅਜਿਹੇ ਹਾਲਾਤ ਬਣਦੇ ਨੇ ਕਿ ਉੱਥੇ ਲੋਕਡਾਊਨ ਲੱਗ ਜਾਂਦਾ ਹੈ ਤੇ ਕੰਮ ਨਹੀਂ ਮਿਲ ਰਿਹਾ, ਕੰਮ ਛੁੱਟ ਗਿਆ ਲੋਕਡਾਊਨ ਦੇ ਕਰਕੇ ਕਿਸੇ ਕੰਮ ਦਾ, ਤਾਂ ਪ੍ਰਤੀ ਹਫ਼ਤਾ $300 ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮਦਦ ਮਿਲੇਗੀ, ਜੋ ਕਿ ਅਗਲੇ ਸਾਲ ਮਈ ਦੀ ਸ਼ੁਰੂਆਤ ਤੱਕ ਇਹ ਜਾਰੀ ਰਹੇਗਾ, ਜਿਸ ਦੇ ਬਾਰੇ ਐਲਾਨ ਕੀਤਾ ਗਿਆ। ਤੇ ਜੋ ਮਦਦ ਹਜੇ ਵੀ ਜਾਰੀ ਰੱਖੀ ਜਾਵੇਗੀ ਉਸ ਦੇ ਵਾਸਤੇ $7.4 ਬਿਲੀਅਨ ਤੱਕ ਦਾ ਖਰਚਾ ਆਵੇਗਾ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਵੀਰਵਾਰ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ। ਜਿਵੇਂ ਕਿ ਕੈਨੇਡਾ ਰਿਕਵਰੀ ਬੈਨੀਫਿਟ ਤਾਂ ਖਤਮ ਹੋ ਰਿਹਾ ਤਾਂ ਇਸੇ ਮੌਕੇ ਕੈਨੇਡਾ ਸਰਕਾਰ ਨੇ ਕਿਹਾ ਕਿ ਉਹ ਰੈਂਟ ਤੇ ਵੇਜ ਸਬਸਿਡੀ ਪ੍ਰੋਗਰਾਮ ਨੇ ਜਿਹੜੇ ਯਾਨੀ ਕਿ ਕਾਮਿਆਂ ਦੀ ਤਨਖਾਹ ਦੇ ਵਾਸਤੇ ਤੇ ਵਪਾਰਾਂ ਦੇ ਕਿਰਾਏ ਦੇ ਵਾਸਤੇ ਪ੍ਰੋਗਰਾਮ ਨੇ ਉਹ ਜਾਰੀ ਰੱਖਣਗੇ, ਵਪਾਰੀਆਂ ਨੂੰ ਸਮਰਥਨ ਦੇਣਾ। ਪਰ ਉਸ ਦੇ ਵਿੱਚ ਇਹ ਹੋਵੇਗਾ ਕਿ ਇਹ ਮਦਦ ਹੁਣ ਸਿਰਫ ਉਹਨਾਂ ਦੇ ਵਾਸਤੇ ਹੋਵੇਗੀ ਜਿਨ੍ਹਾਂ ਦੇ ਉੱਤੇ ਕੋਵਿਡ-19 ਦੇ ਕਰਕੇ ਜ਼ਿਆਦਾ ਪ੍ਰਭਾਵ ਪਿਆ, ਖਾਸ ਤੌਰ ਦੇ ਉੱਤੇ ਜਿਹੜੇ ਕਿ ਸੈਲਾਨੀਆਂ ਨਾਲ ਸੰਬੰਧਿਤ ਵਪਾਰ ਨੇ ਤੇ ਹੋਰ ਅਜਿਹੇ ਵਪਾਰ ਜਿਨ੍ਹਾਂ ਦੇ ਉੱਤੇ ਕੋਵਿਡ-19 ਦੇ ਕਰਕੇ ਜਿਹੜਾ ਪ੍ਰਭਾਵ ਪਿਆ ਉਹ ਹਜੇ ਵੀ ਉਸੇ ਤਰ੍ਹਾਂ ਜਾਰੀ ਹੈ ਤੇ ਉਹ ਘਾਟੇ ਵਿੱਚ ਚੱਲ ਰਹੇ ਨੇ, ਉਹਨਾਂ ਦੀ ਮਦਦ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੈਨੇਡਾ ਵਰਕਰ ਲੋਕਡਾਊਨ ਬੈਨੀਫਿਟ ਹੋਵੇਗਾ। ਇਹ ਨਵਾਂ ਪ੍ਰੋਗਰਾਮ ਐਲਾਨਿਆ ਗਿਆ ਹੈ ਜੋ ਤੁਹਾਨੂੰ ਅਸੀਂ ਪਹਿਲਾਂ ਜਾਣਕਾਰੀ ਦਿੱਤੀ ਹੈ ਕਿ $300 ਹਰ ਹਫ਼ਤੇ ਦੇ ਹਿਸਾਬ ਦੇ ਨਾਲ ਮਦਦ ਮਿਲੇਗੀ ਉਹਨਾਂ ਕਾਮਿਆਂ ਨੂੰ ਜਿਹੜੀਆਂ ਥਾਵਾਂ ਦੇ ਉੱਤੇ ਲੋਕਡਾਊਨ ਦੇ ਕਰਕੇ ਉਹਨਾਂ ਦਾ ਕੰਮ ਗਿਆ ਹੋਵੇ। ਤੇ ਜਿਹੜੇ ਹੁਣ ਇਸ ਸਮੇਂ ਸਿਕਨੈਸ ਤੇ ਕੇਅਰ ਗਿਵਰ ਬੈਨੀਫਿਟ ਪ੍ਰੋਗਰਾਮ ਚੱਲ ਰਹੇ ਸਨ ਉਹ ਜਾਰੀ ਰਹਿਣਗੇ, ਇਹਨਾਂ ਨੂੰ ਵੀ ਜਾਰੀ ਰੱਖਿਆ ਜਾਵੇਗਾ। ਮਈ 7 ਤੱਕ ਇਹ ਐਲਾਨ ਕੀਤਾ ਗਿਆ ਹੈ। ਜੋ ਅਜੇ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਇਹੋ ਹੈ ਕਿ ਜੋ ਕੈਨੇਡਾ ਰਿਕਵਰੀ ਬੈਨੀਫਿਟ ਹੈ ਇਹ ਪ੍ਰੋਗਰਾਮ ਬੰਦ ਕੀਤਾ ਜਾ ਰਿਹਾ ਹੈ, ਜਿਸ ਨੂੰ ਜਾਰੀ ਰੱਖਣ ਦੇ ਵਾਸਤੇ ਹਜੇ ਕੱਲ੍ਹ ਹੀ ਜਗਮੀਤ ਸਿੰਘ ਨੇ ਅਪੀਲ ਕੀਤੀ ਸੀ, ਜਸਟਿਨ ਟਰੂਡੋ ਦੇ ਨਾਲ ਗੱਲਬਾਤ ਕੀਤੀ ਸੀ ਕਿ CRB ਨੂੰ ਬੰਦ ਨਾ ਕੀਤਾ ਜਾਵੇ, ਪਰ ਸ਼ਨੀਵਾਰ ਨੂੰ ਇਹ ਪ੍ਰੋਗਰਾਮ ਖਤਮ ਹੋ ਰਿਹਾ ਹੈ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਅੱਗੇ ਜਾਣਕਾਰੀ ਬਰੈਂਪਟਨ ਤੋਂ ਹੈ, ਜਿੱਥੇ ਕਿ ਕਤਲ ਦੇ ਮਾਮਲੇ ਦਰਜ ਕੀਤੇ ਗਏ ਨੇ। ਕਤਲ ਨਾਲ ਸੰਬੰਧਿਤ ਮਾਮਲੇ ਵਿੱਚ 2 ਜਣਿਆਂ ਦੇ ਉੱਤੇ ਇਹ ਮਾਮਲੇ ਦਰਜ ਹੋਏ ਨੇ। ਇਸ ਦੇ ਬਾਰੇ ਪੁਲਿਸ ਨੇ ਜੋ ਦੱਸਿਆ ਤੁਹਾਨੂੰ ਦੱਸਾਂਗੇ।
ਬਰੈਂਪਟਨ ਵਿੱਚੋਂ ਇੱਕ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ 2 ਜਣਿਆਂ ਦੇ ਉੱਤੇ ਮਾਮਲੇ ਦਰਜ ਕੀਤੇ ਨੇ ਤੇ ਨਾਲ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੰਗਲਵਾਰ 12 ਅਕਤੂਬਰ 2021 ਨੂੰ ਸਵੇਰੇ 12:54 ਦਾ ਸਮਾਂ ਸੀ ਜਦੋਂ ਐਮਰਜੈਂਸੀ ਸਰਵਿਸਿਜ਼ ਨੂੰ ਪਤਾ ਲੱਗਿਆ ਕਿ ਇੱਕ ਵਿਅਕਤੀ ਜਿਸ ਨੂੰ ਕਿ ਡਿਕਸੀ ਰੋਡ ਤੇ ਪੀਟਰ ਰੋਬਰਟਸਨ ਬੁਲੇਵਾਰਡ ਦੇ ਉੱਤੇ ਗੋਲੀ ਮਾਰੀ ਗਈ ਹੈ। ਸਿਟੀ ਆਫ ਬਰੈਂਪਟਨ ਦੇ ਵਿੱਚ ਜਦੋਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤਾਂ ਉਹ ਵਿਅਕਤੀ ਜ਼ਖਮੀ ਹਾਲਤ ਵਿੱਚ ਸੀ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉੱਥੇ ਜਾ ਕੇ ਉਸਨੇ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਜਾਂਚ ਚੱਲਦੀ ਰਹੀ ਤੇ ਅਕਤੂਬਰ 20, 2021 ਨੂੰ ਪੁਲਿਸ ਨੇ ਇੱਕ 22 ਸਾਲਾ ਬਰੈਂਪਟਨ ਦਾ ਰਹਿਣ ਵਾਲਾ ਯਚੈਰੀ ਓ ਗੌਰਮੈਨ ਤੇ ਨਾਲ ਹੀ ਇੱਕ 29 ਸਾਲਾ ਬਰੈਂਪਟਨ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ, ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਨੇ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਹਜੇ ਵੀ ਜਾਂਚ ਕਰ ਰਹੇ ਨੇ। ਇਸ ਦੌਰਾਨ ਜੋ ਗੋਲੀਆਂ ਚਲਾਈਆਂ ਗਈਆਂ ਸੀ, ਇਹ ਕਤਲ ਹੋਇਆ ਸੀ ਅਮਨਜੋਤ ਬੈਂਸ ਦਾ ਤੇ ਉਸ ਮਾਮਲੇ ਵਿੱਚ ਇਹ ਗ੍ਰਿਫਤਾਰੀਆਂ ਹੋਈਆਂ ਨੇ, ਜਿਸ ਦੇ ਵਿੱਚ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ 905 453 2121 ਦੇ ਉੱਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਅੱਗੇ ਜਾਣਕਾਰੀ ਹੈ ਕਿ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਇੱਕ ਗੱਡੀਆਂ ਚੋਰੀ ਕਰਨ ਦੇ ਗਿਰੋਹ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਰੈਕੇਟ ਚਲਾਇਆ ਜਾ ਰਿਹਾ ਸੀ, ਜਿਸ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਦੇ ਬਾਰੇ ਪੁਲਿਸ ਨੇ ਜੋ ਦੱਸਿਆ ਉਹ ਤੁਹਾਨੂੰ ਦੱਸਾਂਗੇ। ਓਨਟਾਰੀਓ ਵਿੱਚ ਤੇ ਨਾਲ ਹੀ ਕਿਊਬੈਕ ਵਿੱਚ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜੋ ਕਿ ਗੱਡੀਆਂ ਚੋਰੀ ਕਰਦੇ ਸੀ, ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ 90 ਚੋਰੀ ਕੀਤੀਆਂ ਹੋਈਆਂ ਗੱਡੀਆਂ ਜ਼ਬਤ ਵੀ ਕੀਤੀਆਂ ਨੇ ਤੇ 9 ਜਣਿਆਂ ਦੇ ਉੱਤੇ ਇਹਨਾਂ ਚੋਰੀਆਂ ਦੇ ਮੱਦੇਨਜ਼ਰ ਮਾਮਲੇ ਦਰਜ ਕੀਤੇ ਗਏ ਨੇ ਜੋ ਕਿ ਓਨਟਾਰੀਓ ਤੇ ਕਿਊਬੈਕ ਦੇ ਰਹਿਣ ਵਾਲੇ ਨੇ। GTA ਯਾਨੀ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਚੋਰੀਆਂ ਕੀਤੀਆਂ ਜਾਂਦੀਆਂ ਸਨ, ਜਿਸ ਤੋਂ ਬਾਅਦ ਇੱਕ ਪ੍ਰੋਜੈਕਟ ਚਲਾਇਆ ਗਿਆ, ਪ੍ਰੋਜੈਕਟ ਕ੍ਰੌਕਪੌਟ, ਜੋ ਕਿ ਜੂਨ ਵਿੱਚ ਸ਼ੁਰੂ ਹੋਇਆ। ਪੂਰੀ ਜਾਂਚ ਤੋਂ ਬਾਅਦ ਇਹ 90 ਗੱਡੀਆਂ ਜੋ ਚੋਰੀ ਕੀਤੀਆਂ ਗਈਆਂ ਸਨ ਜ਼ਬਤ ਕੀਤੀਆਂ ਗਈਆਂ, ਜਿਸ ਦੀ ਤਸਵੀਰ ਯਾਰਕ ਰੀਜਨਲ ਪੁਲਿਸ ਨੇ ਸਾਂਝੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਜਿਹੜੀਆਂ ਗੱਡੀਆਂ ਚੋਰੀ ਕੀਤੀਆਂ ਜਾਂਦੀਆਂ ਸਨ ਉਹਨਾਂ ਨੂੰ ਬਾਹਰਲੇ ਮੁਲਕਾਂ ਵਿੱਚ ਭੇਜਿਆ ਜਾਂਦਾ ਸੀ ਤੇ ਵੇਚਿਆ ਜਾਂਦਾ ਸੀ, ਜੋ ਕਿ ਵੱਖੋ ਵੱਖਰੀਆਂ ਥਾਵਾਂ ਦੇ ਵਾਸਤੇ ਵਾਰੰਟ ਜਾਰੀ ਕੀਤੇ ਗਏ ਪੁਲਿਸ ਦੇ ਵੱਲੋਂ। ਟੋਰਾਂਟੋ ਦੇ ਵਿੱਚ ਜਿੱਥੇ ਕਿ 88 ਚੋਰੀ ਕੀਤੀਆਂ ਗੱਡੀਆਂ ਜਿਨ੍ਹਾਂ ਦੀ ਕੀਮਤ $5 ਮਿਲੀਅਨ ਤੋਂ ਵੱਧ ਦੀ ਹੈ ਉਹ ਜ਼ਬਤ ਕੀਤੀਆਂ ਗਈਆਂ ਤੇ ਨਾਲ ਹੀ ਹੋਰ ਸਮਾਨ ਵੀ ਜ਼ਬਤ ਕੀਤਾ ਗਿਆ ਤੇ $3 ਲੱਖ ਦੇ ਕਰੀਬ ਕੈਸ਼ ਵੀ ਜ਼ਬਤ ਕੀਤਾ ਗਿਆ ਹੈ। ਜੋ 9 ਸ਼ੱਕੀ ਵਿਅਕਤੀ ਨੇ ਉਹਨਾਂ ਦੇ ਵਿੱਚੋਂ 3 ਕਿਊਬੈਕ ਦੇ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਉੱਤੇ 53 ਮਾਮਲੇ ਦਰਜ ਹੋਏ ਨੇ, ਜਿਸ ਦੇ ਬਾਰੇ ਵੀਰਵਾਰ ਨੂੰ ਯਾਰਕ ਰੀਜਨਲ ਪੁਲਿਸ ਨੇ ਪੂਰੀ ਜਾਣਕਾਰੀ ਦਿੱਤੀ। ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਇਸ ਬਾਰੇ ਹੋਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅੱਗੇ ਜਾਣਕਾਰੀ ਸਰੀ ਤੋਂ ਹੈ। ਸਰੀ RCMP ਨੇ ਕਿਹਾ ਕਿ ਇੱਕ ਥ੍ਰਿਫਟ ਸਟੋਰ ਦੇ ਉੱਤੇ ਕਿਸੇ ਦੇ ਵੱਲੋਂ ਕੱਪੜੇ ਦਾਨ ਕੀਤੇ ਗਏ ਤਾਂ ਉਹਨਾਂ ਕੱਪੜਿਆਂ ਦੇ ਵਿੱਚ ਇੱਕ ਡੱਬਾ ਆ ਗਿਆ ਜਿਸ ਦੇ ਵਿੱਚ ਕੈਸ਼ ਮੌਜੂਦ ਹੈ, ਤਾਂ ਉਸ ਦੇ ਬਾਰੇ ਅੱਗੇ ਕੀ ਦੱਸਿਆ ਗਿਆ ਤੁਹਾਨੂੰ ਦੱਸਾਂਗੇ। ਸਰੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਦਾਨ ਕੀਤੇ ਹੋਏ ਕੱਪੜਿਆਂ ਦੇ ਵਿੱਚ ਇੱਕ ਡੱਬਾ ਮਿਲਿਆ ਜਿਸ ਦੇ ਵਿੱਚ ਕੈਸ਼ ਮਿਲਿਆ। ਸਤੰਬਰ 10, 2021 ਨੂੰ ਇਹ ਕੈਸ਼ ਮਿਲਿਆ ਡੱਬੇ ਦੇ ਵਿੱਚ, ਜੋ ਕਿ ਥ੍ਰਿਫਟ ਸਟੋਰ ਦੇ ਉੱਤੇ ਦਾਨ ਕੀਤਾ ਗਿਆ ਸੀ 100-600 ਬਲਾਕ ਤੇ ਕਿੰਗ ਜਾਰਜ ਬੁਲੇਵਾਰਡ ਦੇ ਉੱਤੇ, ਜਿੱਥੇ ਕਿ ਉੱਥੇ ਕੰਮ ਕਰਦੇ ਕਾਮੇ ਨੇ ਪਾਇਆ ਕਿ ਇੱਕ ਡੱਬੇ ਦੇ ਵਿੱਚ ਕੈਸ਼ ਮੌਜੂਦ ਹੈ ਜੋ ਕਿ ਉੱਥੇ ਦਾਨ ਕੀਤਾ ਗਿਆ, ਜਿਸ ਤੋਂ ਬਾਅਦ ਉਸ ਸਟਾਫ ਮੈਂਬਰ ਨੇ ਪੁਲਿਸ ਨਾਲ ਸੰਪਰਕ ਕੀਤਾ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਜੁਲਾਈ 1, 2021 ਤੋਂ ਲੈ ਕੇ ਜੁਲਾਈ 15, 2021 ਦੇ ਦਰਮਿਆਨ ਇਹ ਦਾਨ ਕੀਤਾ ਗਿਆ ਹੋ ਸਕਦਾ ਹੈ, ਜਿਸ ਦੇ ਵਿੱਚ ਹੋ ਸਕਦਾ ਹੈ ਕਿ ਜੋ ਕੱਪੜੇ ਦਾਨ ਕੀਤੇ ਗਏ ਉਸ ਤੋਂ ਬਾਅਦ ਭੁਲੇਖੇ ਨਾਲ ਡੱਬੇ ਦੇ ਵਿੱਚ ਕੈਸ਼ ਵੀ ਆ ਗਿਆ, ਜਿਸ ਦੇ ਬਾਰੇ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਦਾ ਕੈਸ਼ ਕੁਝ ਇਸ ਤਰ੍ਹਾਂ ਗਿਆ ਹੈ ਤਾਂ ਉਹ ਦੱਸ ਸਕਦਾ ਹੈ ਕਿ ਕਿੰਨਾ ਕੈਸ਼ ਉਸ ਦਾ ਗਿਆ ਹੈ ਤੇ ਉਹ ਵਾਪਸ ਲੈ ਸਕਦਾ ਹੈ। ਸਰੀ RCMP ਦੇ ਨਾਲ 604 5990 502 ਤੇ ਸੰਪਰਕ ਕਰਕੇ। ਅੱਗੇ ਜਾਣਕਾਰੀ ਟੋਰਾਂਟੋ ਤੋਂ ਹੈ, ਜਿੱਥੇ ਇੱਕ ਛੋਟੇ ਬੱਚੇ ਦੇ ਨਾਲ ਗੱਡੀ ਦੀ ਟੱਕਰ ਹੋ ਗਈ। ਟੋਰਾਂਟੋ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਇੱਕ ਸੜਕ ਹਾਦਸਾ ਵਾਪਰਿਆ। ਵੀਰਵਾਰ ਨੂੰ ਸ਼ਾਮ ਦੇ 4:30 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਵਾਟਰਫਰੰਟ ਖੇਤਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਦੇ ਨਾਲ ਗੱਡੀ ਦੀ ਟੱਕਰ ਹੋ ਗਈ। ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੈਰਾਮੈਡਿਕਸ ਤੋਂ ਵੀ ਕ੍ਰਿਊ ਮੈਂਬਰਸ ਨੇ ਇਸ ਦੇ ਬਾਰੇ ਦੱਸਿਆ ਕਿ ਲੋਕਲ ਪੈਡੀਆਟ੍ਰਿਕ ਹਸਪੀਟਲ ਦੇ ਵਿੱਚ ਗੰਭੀਰ ਹਾਲਤ ਵਿੱਚ 5 ਸਾਲ ਦੇ ਬੱਚੇ ਨੂੰ ਲਿਜਾਇਆ ਗਿਆ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ, ਇਸ ਦੀ ਵੀ ਪੁਸ਼ਟੀ ਕੀਤੀ ਗਈ ਹੈ। ਜਿਸ ਗੱਡੀ ਨੇ ਬੱਚੇ ਨੂੰ ਟੱਕਰ ਮਾਰੀ ਸੀ ਉਸ ਗੱਡੀ ਦਾ ਡਰਾਈਵਰ ਮੌਕੇ ਦੇ ਉੱਤੇ ਮੌਜੂਦ ਰਿਹਾ, ਜੋ ਕਿ ਪੁਲਿਸ ਨੂੰ ਜਾਂਚ ਦੇ ਲਈ ਸਹਿਯੋਗ ਦੇ ਰਿਹਾ ਸੀ। ਪੁਲਿਸ ਨੇ ਕੁਝ ਘੰਟੇ ਦੇ ਵਾਸਤੇ ਉਸ ਰਾਹ ਨੂੰ ਬੰਦ ਵੀ ਕਰ ਦਿੱਤਾ
ਤੇ ਜਾਂਚ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ, ਜਿਸ ਦੇ ਪਿੱਛੇ ਹਜੇ ਕਾਰਨ ਪਤਾ ਨਹੀਂ ਲੱਗਿਆ ਕਿ ਹਾਦਸਾ ਕਿਵੇਂ ਵਾਪਰਿਆ। ਇਸ ਤਰ੍ਹਾਂ ਲਈ ਆਖਰੀ ਖਬਰ ਦੇ ਵੱਲ ਰੁਕ ਕਰਾਂਗੇ, ਜੋ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਨਵੀਂ ਚੇਤਾਵਨੀ ਜਾਰੀ ਕੀਤੀ ਹੈ। ਸੈਲਮੋਨੇਲਾ ਵਾਇਰਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪ੍ਰੋ ਸੋਰਸ ਪ੍ਰੋਡਿਊਸ LLC ਕੰਪਨੀ ਹੈ। ਇਸ ਕੰਪਨੀ ਦੇ ਅਧੀਨ ਬਿਗ ਬੁੱਲ, ਪੀਕ ਫਰੈਸ਼ ਪ੍ਰੋਡਿਊਸ, ਸਿਰਾ ਮੈਡਰੇ ਪ੍ਰੋਡਿਊਸ, ਮਾਰਕਨ ਫਸਟ ਕ੍ਰੌਪ, ਮਾਰਕਨ ਐਸੈਂਸ਼ੀਅਲਸ, ਰੀਓ ਬਲੂ, ਪ੍ਰੋ ਸੋਰਸ, ਰੀਓ ਵੈਲੀ, ਇੰਪੀਰੀਅਲ ਫਰੈਸ਼, ਇਹ ਵੱਖੋ ਵੱਖਰੇ ਬ੍ਰਾਂਡ ਨੇ। ਇਹਨਾਂ ਦੇ ਅਧੀਨ ਲਾਲ ਰੰਗ ਦੇ ਪਿਆਜ਼, ਪੀਲੇ ਪਿਆਜ਼ ਤੇ ਸਫੇਦ ਪਿਆਜ਼ ਜੋ ਇਸ ਸਮੇਂ ਵੇਚੇ ਜਾ ਰਹੇ ਨੇ, ਉਹਨਾਂ ਨੂੰ ਮਾਰਕੀਟ ਦੇ ਵਿੱਚੋਂ ਵਾਪਸ ਮੰਗਵਾਇਆ ਗਿਆ। ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹਨਾਂ ਬ੍ਰਾਂਡਸ ਦੇ ਜਾਂ ਇਸ ਕੰਪਨੀ ਦੇ ਅਧੀਨ ਆਉਂਦੇ ਪਿਆਜ਼ ਲਿਆਂਦੇ ਨੇ ਤਾਜ਼ਾ, ਤਾਂ ਉਹਨਾਂ ਨੂੰ ਸੁੱਟ ਦੇਵੋ ਜਾਂ ਫਿਰ ਵਾਪਸ ਕਰ ਦੇਵੋ ਜਿੱਥੇ ਤੋਂ ਤੁਸੀਂ ਖਰੀਦੇ ਨੇ। ਸੈਲਮੋਨੇਲਾ ਵਾਇਰਸ ਹੋ ਸਕਦਾ ਹੈ ਇਹਨਾਂ ਪਿਆਜ਼ਾਂ ਨੂੰ ਖਾਣ ਦੇ ਨਾਲ, ਜਿਸ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ। ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਹ ਬ੍ਰਾਂਡ ਨੇ ਜਿਨ੍ਹਾਂ ਦੇ ਅਧੀਨ ਇਹ ਪਿਆਜ਼ ਵੇਚੇ ਗਏ ਨੇ। ਤੁਸੀਂ ਜਿਹੜੇ ਪਿਆਜ਼ ਖਰੀਦੇ ਨੇ ਉਹਨਾਂ ਦੇ ਉੱਤੇ ਜੋ ਟੈਗ ਲੱਗਿਆ ਹੁੰਦਾ ਹੈ, ਤੁਸੀਂ ਉਸ ਦੇ ਉੱਤੇ ਜ਼ਰੂਰ ਦੇਖ ਲਵੋ ਕਿ ਇਹਨਾਂ ਬ੍ਰਾਂਡਸ ਦੇ ਅਧੀਨ ਜੇਕਰ ਉਹ ਪਿਆਜ਼ ਆਉਂਦੇ ਨੇ, ਕਿਸੇ ਵੀ ਬ੍ਰਾਂਡ ਦਾ ਨਾਮ ਉਸ ਪਿਆਜ਼ ਦੇ ਉੱਤੇ ਲਿਖਿਆ ਹੋਇਆ, ਤਾਂ ਉਹਨਾਂ ਪਿਆਜ਼ਾਂ ਨੂੰ ਨਾ ਵਰਤਿਆ ਜਾਵੇ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਪਰ ਅੰਤ ਵਿੱਚ ਤੁਹਾਨੂੰ ਅਸੀਂ ਸੁਣਾਵਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ COVID-19 ਦੇ ਟੀਕੇ ਦੇ ਸਰਟੀਫਿਕੇਟ ਨੂੰ ਲੈ ਕੇ ਜਿਹੜੀਆਂ ਗੱਲਾਂ ਕਹੀਆਂ। We made a commitment to ensure that there is a national standard for a proof of vaccination certificate that will be issued by every province and territory so that people can travel domestically but particularly internationally. And today I'm happy to confirm that all provinces and territories have confirmed that they will be moving forward with a standardized national proof of vaccination. As of today, so far, we have Saskatchewan, Ontario, Quebec, Nova Scotia, Newfoundland, and all three provinces, all three territories, Nunavut, Northwest Territories, and Yukon, who already have put into use the national standard for proof of vaccination. You can download it onto your phone, you can print it out, you can ask for a copy by mail if you don't have those capacities, but you are now able to show proofs of vaccination immediately in all those provinces, and all other provinces have agreed and are working hard to come online so that as Canadians look to start traveling again, there will be a standardized proof of vaccination certificate that, as we said, we will be picking up the tab for at the federal level to ensure that all provinces are able to do it. And we'll also move forward on our other commitments we made around vaccinations and safety and COVID, which is moving forward on legislation to keep healthcare workers safe from intimidation and being hassled, so we can end this pandemic and get back to the things we love.